ਸਮੂਹ ਸਿੱਖ ਸੰਗਤਾਂ ਨੂੰ ਸਰਤਾਜ ਸਿੰਘ ਬਾਗੀ ਵੱਲੋਂ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਸਤਿਕਾਰ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਾਫੀ ਦਿਨਾਂ ਤੋਂ ਥੋੜਾ ਜਿਹਾ ਕੰਟਰੋਵਰਸੀ ਚ ਰਿਹਾ, ਕਿਉਂਕਿ ਥੋੜਾ ਜਿਹਾ ਹੈ ਵੀ ਛੋਟੇ ਘਰਾਣੇ ਤੋਂ ਆ, ਤੇ ਮੈਂ ਦੇਖਿਆ, ਨੋਟ ਕੀਤਾ ਅੱਜ ਦੇ ਸਮੇਂ ਜਦੋਂ ਸੱਚ ਦੀ ਗੱਲ ਕਰਦੇ ਆ ਨਾ ਤੇ ਸਿਰ ਦੇ ਉੱਤੇ ਬੜੇ ਸਪੇਰੇ ਬੈਠ ਜਾਂਦੇ ਆ, ਅੱਗੇ ਮਾਰਨ ਦੀਆਂ ਧਮਕੀਆਂ ਦਿੰਦੇ ਨੇ। ਫਿਰ ਦੇਖੋ ਜੀ, ਅਸੀਂ ਸੋਚਦੇ ਹਾਂ ਕਿ ਅਸੀਂ ਸਿਰਫ ਤੇ ਸਿਰਫ ਤੱਤ ਗੁਰਮਤਿ ਦੀ ਗੱਲ ਕਰਨੀ ਹੈ, ਇਸ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਕਰਨੀ। ਜਿੰਨਾ ਚਿਰ ਸਮਾਜ ਦੇ ਅੰਦਰ ਹੋ ਰਹੇ ਕਹਿਰ ਦੀ ਗੱਲ ਨਾ ਕਰੀਏ, ਸਮਾਜ ਤੱਕ ਕਿਸੇ ਗੱਲ ਦਾ ਸੁਨੇਹਾ ਨਹੀਂ ਪਹੁੰਚਦਾ। ਸੋ ਅੱਜ ਦਾ ਮੇਰਾ ਜਿਹੜਾ ਵਿਸ਼ਾ ਹੈ ਨਾ, ਜੇ ਅਸੀਂ ਕਹਿੰਦੇ ਆ ਨਾ ਕਿ ਗ੍ਰੰਥੀ, ਪਾਠੀ, ਰਾਗੀ ਤੇ ਪ੍ਰਚਾਰਕ, ਇਹਨਾਂ ਦੀ ਤਰਸਯੋਗ ਹਾਲਤ ਕਿਉਂ ਆ, ਮੈਂ ਬੇਨਤੀ ਕਰਾਂ ਸਾਰੇ ਜਾਣੇ ਖੜੋ ਕੇ ਇਸ ਵੀਡੀਓ ਨੂੰ ਜ਼ਰੂਰ ਸੁਣਿਓ। ਜ਼ਰੂਰ, ਕਮ ਸੇ ਕਮ 10 ਮਿੰਟ ਦੀ ਵੀਡੀਓ ਹੋਗੀ, ਜ਼ਰੂਰ ਸੁਣਿਓ, ਇਹਨੂੰ ਕੋਈ ਵੀ ਇਗਨੋਰ ਨਾ ਕਰਿਓ। ਦੇਖੋ ਜੀ, ਜਿਸ ਵਕਤ ਇੰਜੀਨੀਅਰ ਪਰਸਨ ਕੋਈ ਇੰਜੀਨੀਅਰਿੰਗ ਕਰਕੇ ਇੰਜੀਨੀਅਰਿੰਗ ਲੈਵਲ ਦਾ ਟੈਸਟ ਦੇਣ ਜਾਂਦਾ ਜਾਂ ਇੰਟਰਵਿਊ ਦੇਣ ਜਾਂਦਾ, ਉੱਥੇ ਜਦੋਂ ਇੰਟਰਵਿਊ ਹੁੰਦੀ ਹੈ ਤੇ ਉਹਦੇ ਕੋਲ ਇੰਜੀਨੀਅਰਿੰਗ ਲੈਵਲ ਦੀ ਇੰਟਰਵਿਊ ਲਈ ਜਾਂਦੀ ਹੈ। ਉਹਨੂੰ ਪੁੱਛਿਆ ਜਾਂਦਾ, ਤੂੰ ਇੰਜੀਨੀਅਰਿੰਗ ਲੈਵਲ ਦਾ ਸਭ ਕੁਝ ਜਾਣਦਾ? ਕਹਿੰਦਾ ਹਾਂ ਜਾਣਦਾ। ਉਹਨੂੰ ਇੰਜੀਨੀਅਰ ਭਰਤੀ ਕਰ ਲੈਂਦੀ ਹੈ। ਜੇ ਉਹ ਪੁਲ ਬਣਾਉਣ ਵਾਲਾ ਇੰਜੀਨੀਅਰ ਹੋਵੇ, ਜੇ ਉਹਨੇ ਬ੍ਰਿਜ ਬਣਾਉਣਾ ਹੋਵੇ ਤੇ ਉਹਨੂੰ ਪੁੱਛਿਆ ਜਾਂਦਾ ਬ੍ਰਿਜ ਬਣਾਉਣ ਵਾਸਤੇ ਕਿੰਨਾ ਸੀਮਟ, ਕਿੰਨਾ ਸਰੀਆ, ਕੀ ਲੱਗਦਾ, ਤੈਨੂੰ ਪਤਾ ਹੈ? ਉਹਨੂੰ ਭਰਤੀ ਕਰ ਲਿਆ ਜਾਂਦਾ। ਆਰਮੀ ਦਾ ਪਰਸਨ ਹੋਵੇ, ਕੋਈ ਡਾਕਟਰ ਹੋਵੇ, ਕੋਈ ਕਲੀਨਿਕ ਕਿਸੇ ਨੇ ਖੋਲ੍ਹਿਆ ਹੋਵੇ, ਹਰ ਕਿਸੇ ਬੰਦੇ ਨੂੰ ਆਪਣੇ ਕਿੱਤੇ ਦੇ ਵਿੱਚ ਇੱਕ ਮੋਟਰਸਾਈਕਲ ਠੀਕ ਕਰਨ ਵਾਲੇ ਬੰਦੇ ਨੂੰ ਜੇਕਰ ਮੋਟਰਸਾਈਕਲ ਠੀਕ ਕਰਨ ਦੀ ਜਾਂਚ ਹੈ ਤਾਂ ਉਹ ਮੋਟਰਸਾਈਕਲ ਦੀ ਦੁਕਾਨ ਖੋਲ੍ਹਦਾ, ਨਹੀਂ ਤੇ ਇਸ ਤੋਂ ਇਲਾਵਾ ਦੁਕਾਨ ਨਹੀਂ ਖੋਲ੍ਹਦਾ। ਹਰੇਕ ਡਿਪਾਰਟਮੈਂਟ ਦੇ ਅੰਦਰ, ਭਾਵੇਂ ਉਹ ਗੌਰਮੈਂਟ ਦਾ ਡਿਪਾਰਟਮੈਂਟ ਹੋਵੇ, ਭਾਵੇਂ ਉਹ ਪ੍ਰਾਈਵੇਟ ਡਿਪਾਰਟਮੈਂਟ ਹੋਵੇ, ਪਰ ਮੈਂ ਇੱਕ ਬੇਨਤੀ ਕਰਾਂ, ਹਰੇਕ ਡਿਪਾਰਟਮੈਂਟ ਦੇ ਅੰਦਰ ਜੇ ਇਨਸਾਨ ਉਸ ਗੱਲ ਦੇ ਬਾਰੇ ਵਧੀਆ ਤਰੀਕੇ ਨਾਲ ਜਾਣਦਾ ਹੈ ਤੇ ਉਹਨੂੰ ਭਰਤੀ ਕੀਤਾ ਜਾਂਦਾ ਹੈ। ਜੇਕਰ ਮੈਂ ਸਿੱਖ ਧਰਮ ਦੀ ਗੱਲ ਕਰਾਂ ਤੇ ਸ਼੍ਰੋਮਣੀ ਕਮੇਟੀ ਸਿਰਫ ਇੱਕ ਇਹੋ ਜਿਹਾ ਦਾਇਰਾ ਹੈ ਜਿਸ ਅੰਦਰ ਗ੍ਰੰਥੀ ਦੀ, ਪ੍ਰਚਾਰਕ ਦੀ, ਰਾਗੀ ਦੀ ਇੰਟਰਵਿਊ ਲੈ ਕੇ ਭਰਤੀ ਕੀਤਾ ਜਾਂਦਾ ਕਿ ਇਸ ਬੰਦੇ ਨੂੰ ਕੁਝ ਆਉਂਦਾ, ਕਿਉਂਕਿ ਉਹਦੇ ਵਿੱਚ ਬੰਦੇ ਦੀ ਲਾਈਫ ਹੁੰਦੀ ਹੈ। ਜੇਕਰ ਅਸੀਂ ਪ੍ਰਾਈਵੇਟ ਤੌਰ ਦੇ ਉੱਪਰ ਜੇ ਕੋਈ ਗ੍ਰੰਥੀ, ਜੇ ਕੋਈ ਰਾਗੀ, ਜੇ ਕੋਈ ਪ੍ਰਚਾਰਕ ਜਾਂ ਕੋਈ ਪਾਠੀ ਜਿਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਭਰਤੀ ਹੋਣ ਦੇ ਵਾਸਤੇ ਜਾਂਦਾ ਤੇ ਉਹਦੇ ਕੋਲ ਇੰਟਰਵਿਊ ਨਹੀਂ ਲਈ ਜਾਂਦੀ। ਬਸ ਉਹਨੂੰ ਇਹ ਪੁੱਛਿਆ ਜਾਂਦਾ, ਭਾਈ ਸਾਹਿਬ ਪਾਠ ਕਰਦੇ ਹੋ? ਕਹਿੰਦੇ ਹਾਂ ਕਰਦੇ ਹਾਂ। ਬਸ ਇਹ ਨਹੀਂ ਪੁੱਛਿਆ ਜਾਂਦਾ, ਭਾਈ ਸਾਹਿਬ ਜੀ ਪਾਠ ਕਰਕੇ ਸੁਣਾਓ, ਭਾਈ ਸਾਹਿਬ ਜੀ ਸਹਿਜ ਸਕ੍ਰਿਤੀ ਸੁਣਾਓ, ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿੰਨੇ ਮਹਾਂਪੁਰਖਾਂ ਦੀ ਬਾਣੀ ਹੈ, ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਪੰਨੇ ਨੇ, ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਕੀ ਲਿਖਿਆ, ਕਿਹੜੇ ਗੁਰੂ ਦੇ ਕਿੰਨੇ ਸ਼ਬਦ ਨੇ, ਕਿੰਨੇ ਭਗਤ ਨੇ, ਕਿੰਨੇ ਭੱਟ ਨੇ ਤੇ ਕਿੰਨੇ ਇਹਦੇ ਵਿੱਚ ਸਿੱਖ ਨੇ, ਕਿੰਨਿਆਂ ਦੀ ਬਾਣੀ ਹੈ, ਟੋਟਲ ਕਿੰਨੇ ਮਹਾਂਪੁਰਖਾਂ ਦੀ ਬਾਣੀ ਹੈ। ਹੁਣ ਦੇਖੋ ਜੀ, ਜਿਹਨੂੰ ਇਸ ਗੱਲ ਦਾ ਨਹੀਂ ਪਤਾ ਹੋਵੇਗਾ ਤੇ ਉਹਨੂੰ ਬਣਾ ਦਿੱਤਾ ਗ੍ਰੰਥੀ, ਉਹਨੂੰ ਬਣਾ ਦਿੱਤਾ ਪ੍ਰਚਾਰਕ। ਹੁਣ ਜਿਹੜਾ ਅਨਐਜੂਕੇਟਡ ਪਰਸਨ ਗ੍ਰੰਥੀ ਬਣ ਗਿਆ, ਉਹਨੇ ਤਾਂ ਕੌਮ ਦਾ ਧੰਦਾ ਕਰ ਦਿੱਤਾ ਨਾ ਜੀ। ਹੁਣ ਅਸੀਂ ਜਿਹੜੇ ਯੰਗ ਪਰਸਨ, ਜਿਹੜੇ ਯੰਗ ਮੁੰਡੇ, ਹੁਣ ਜੀ ਮੇਰੇ ਬੈਚ ਦੇ ਵਿੱਚੋਂ ਕਮ ਸੇ ਕਮ ਅਸੀਂ 16 ਤੋਂ 17 ਮੁੰਡੇ ਨਿਕਲੇ ਆ ਪ੍ਰਚਾਰਕ ਵਿਦ ਗ੍ਰੰਥੀ ਦਾ ਕੋਰਸ ਕਰਕੇ। ਉਹਦੇ ਵਿੱਚੋਂ ਸਿਰਫ ਅਸੀਂ 2 ਮੁੰਡੇ ਜਾਂ 3 ਮੁੰਡੇ ਇਸ ਲਾਈਨ ਦੇ ਵਿੱਚ ਸਟਰਗਲ ਕਰ ਰਹੇ ਹਾਂ। ਬਾਕੀ ਸਭ ਜਣੇ ਇਸ ਲਾਈਨ ਨੂੰ ਛੱਡ ਕੇ ਕੋਈ ਵਾਲ ਕਟਿੰਗ ਕਰ ਗਿਆ, ਕੋਈ ਕਿਸੇ ਦੂਜੀ ਲਾਈਨ 'ਚ ਚਲਾ ਗਿਆ, ਕੋਈ ਕਿਸੇ ਲਾਈਨ 'ਚ ਕਨਵਰਟ ਹੋ ਗਿਆ। ਉਹਦਾ ਕਾਰਨ ਹੈ, ਜਿਹੜਾ ਬੰਦਾ ਆਰਮੀ 'ਚੋਂ ਰਿਟਾਇਰ ਆ ਕੇ ਉਹਨੂੰ ਗੁਰਮਤਿ ਦੀ ਸਿੱਖਿਆ ਬਿਲਕੁਲ ਨਹੀਂ ਆਉਂਦੀ, ਉਹਨੂੰ ਗੁਰਮਤਿ ਦਾ ਗਿਆਨ ਬਿਲਕੁਲ ਨਹੀਂ, ਉਹ ਗ੍ਰੰਥੀ ਬਣ ਗਿਆ। ਉਹਨੂੰ ਗ੍ਰੰਥੀ ਦਾ ਫਰਜ਼ ਹੈ ਕਿ ਉਹਨੂੰ ਗ੍ਰੰਥ ਦੀ ਕਥਾ ਕਰਨੀ ਆਉਂਦੀ ਹੈ, ਕਿ ਉਹ ਗ੍ਰੰਥ ਦੀ ਵਿਚਾਰ ਲੋਕਾਂ ਤੱਕ ਪਹੁੰਚਾ ਰਹੇ ਹੈ, ਕਿ ਉਹ ਗ੍ਰੰਥ ਦੀ ਵਿਚਾਰ ਲੋਕਾਂ ਤੱਕ ਪਹੁੰਚਾ ਰਿਹਾ। ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਜਿਸ ਨੂੰ ਪ੍ਰਾਈਵੇਟ ਤੌਰ ਦੇ ਉੱਤੇ ਗ੍ਰੰਥੀ ਭਰਤੀ ਕਰਨਾ ਹੋਵੇ, ਕਹਿੰਦਾ ਮੈਂ ਐਕਚੁਅਲੀ ਇਸ ਜੰਮੂ ਦੇ ਏਰੀਏ ਦੇ ਵਿੱਚ ਵਿਚਰਦਾ ਨਾ, ਕਿ ਇੱਥੇ ਜਿਸ ਵਕਤ ਗ੍ਰੰਥੀ ਭਰਤੀ ਕਰਨਾ ਹੋਵੇ ਪ੍ਰਾਈਵੇਟ ਤੌਰ 'ਤੇ, ਵੱਡੀਆਂ ਸਟੇਜਾਂ 'ਤੇ ਨਹੀਂ ਇਸ ਗੱਲ ਨੂੰ ਪੁੱਛਿਆ ਜਾਂਦਾ, ਲੇਕਿਨ ਪ੍ਰਾਈਵੇਟ ਤੌਰ 'ਤੇ ਪਤਾ ਕੀ ਕਹਿਣਗੇ, ਭਾਈ ਜੀ ਕੀਰਤਨ ਆਉਂਦਾ? ਮੈਂ ਬੇਨਤੀ ਕਰਾਂ ਪੂਰੀ ਸਿੱਖ ਕੌਮ ਨੂੰ, ਗ੍ਰੰਥੀ ਨੂੰ ਇਹ ਨਾ ਪੁੱਛਿਆ ਕਰੋ ਭਾਈ ਜੀ ਕੀਰਤਨ ਆਉਂਦਾ। ਕੀਰਤਨ ਕਰਨ ਵਾਸਤੇ ਇੱਕ ਅਲੱਗ ਹੁੰਦੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਰਾਗੀ, ਜਿਨ੍ਹਾਂ ਨੂੰ ਕਿਹਾ ਜਾਂਦਾ ਰਾਗੀ, ਤੇ ਉਹ ਗੁਰੂ ਘਰ ਦੇ ਅੰਦਰ ਰਾਗਾਂ ਸਹਿਤ ਕੀਰਤਨ ਕਰਦੇ ਨੇ। ਗ੍ਰੰਥੀ ਦਾ ਕੰਮ ਹੈ ਗ੍ਰੰਥ ਨੂੰ ਪੜ੍ਹਨਾ,
ਗ੍ਰੰਥ ਨੂੰ ਵਿਚਾਰਨਾ, ਲੋਕਾਂ ਤੱਕ ਪਹੁੰਚਾਉਣਾ। ਮੈਂ ਇੱਕ ਛੋਟੀ ਜਿਹੀ ਖੜੋ ਕੇ ਗੱਲ ਕਰਾਂ, ਜਿਸ ਦਿਨ ਮੇਰੀ ਕੌਮ ਦੇ ਅੰਦਰ ਐਜੂਕੇਟਡ ਗ੍ਰੰਥੀ ਆ ਗਿਆ ਨਾ, ਜਿਸ ਦਿਨ ਮੇਰੀ ਕੌਮ ਦੇ ਅੰਦਰ ਗ੍ਰੰਥ ਦੀ ਵਿਚਾਰ ਲੋਕਾਂ ਤੱਕ ਪਹੁੰਚਾਉਣ ਵਾਲਾ ਗ੍ਰੰਥੀ ਆ ਗਿਆ ਨਾ, ਉਸ ਦਿਨ ਮੇਰੀ ਕੌਮ ਦੇ ਵਿੱਚ ਹੋ ਸਕਦਾ ਥੋੜਾ ਬਹੁਤਾ ਨਿਖਾਰ ਆ ਜਾਵੇ, ਹੈ ਨਾ। ਅੱਜ ਤੇ ਗ੍ਰੰਥੀ ਭਰਤੀ ਕਰਨ ਲੱਗੇ ਪਤਾ ਕੀ ਕਹਿੰਦੇ ਨੇ, ਭਾਈ ਜੀ ਤੁਹਾਨੂੰ ਕੀਰਤਨ ਆਉਂਦਾ ਹੈ? ਕਹਿੰਦੇ ਜੀ ਹਾਂਜੀ ਮਾੜਾ ਮੋਟਾ ਆਉਂਦਾ। ਕੋਈ ਨਹੀਂ ਭਾਈ ਜੀ, ਤੁਸੀਂ ਇੱਥੇ ਅੰਦਰ ਬੈਠੋ, ਤੁਸੀਂ ਵਿਹਲੇ ਹੁੰਦੇ ਹੋ, ਤੁਸੀਂ ਅੰਦਰ ਬੈਠ ਕੇ ਸਾਰੇ ਗਾਮਾ ਪਾਦਾ ਨੀਸਾ ਥੋੜਾ ਬਹੁਤਾ ਕਰਕੇ ਥੋੜੀਆਂ ਸਰਗਮਾਂ ਲੈ ਕੇ ਕੀਰਤਨ ਸਿੱਖ ਲਿਓ। ਮੈਂ ਇੱਕ ਬੇਨਤੀ ਕਰਾਂ, ਅੱਜ ਸਾਨੂੰ ਉਹ ਗ੍ਰੰਥੀ ਨਹੀਂ ਚਾਹੀਦਾ ਜਿਹਨੂੰ ਗ੍ਰੰਥ ਦੀ ਵਿਚਾਰ ਆਉਂਦੀ ਹੋਵੇ। ਉਹਦਾ ਰੀਜ਼ਨ ਹੈ ਵਿਚਾਰ ਸਾਨੂੰ ਕੜਵੀ ਲੱਗਦੀ ਹੈ। ਅੱਜ ਸਾਨੂੰ ਉਹ ਭਾਈ ਚਾਹੀਦੇ ਨੇ ਜਿਨ੍ਹਾਂ ਨੂੰ ਸਾਰੇ ਗਾਮਾ ਪਾਦਾ ਨੀਸਾ ਕਰਨਾ ਆਉਂਦਾ ਹੋਵੇ, ਟਾਈਮ ਪਾਸ ਕਰਨਾ ਆਉਂਦਾ ਹੋਵੇ, ਤੇ ਟਾਈਮ ਪਾਸ ਕਰਕੇ ਉਹ ਚਲੇ ਜਾਣ, ਬਸ ਪਾਠ ਕੀਤਾ ਤੇ ਚਲੇ ਗਏ। ਬੜੀ ਵੱਡੀ ਰਿਸਪੌਂਸੀਬਿਲਟੀ ਸੀ, ਪਰ ਰਿਸਪੌਂਸੀਬਲ ਪਰਸਨ ਨਹੀਂ ਉਸ ਰਿਸਪੌਂਸੀਬਿਲਟੀ ਨੂੰ ਨਹੀਂ ਸਾਂਭਿਆ। ਉਹਦਾ ਕਾਰਨ ਹੈ ਗ੍ਰੰਥੀ ਦੀ ਜ਼ਿੰਮੇਵਾਰੀ ਸੀ। ਮੈਂ ਗ੍ਰੰਥ ਦੀ ਵਿਚਾਰ ਲੋਕਾਂ ਨੂੰ, ਹੁਣ ਜੇ ਅਨਪੜ੍ਹ ਗ੍ਰੰਥੀ ਭਰਤੀ ਕਰ ਦਿੱਤਾ, ਹੁਣ ਕੁਝ ਲਾਲਚੀ ਗ੍ਰੰਥੀ ਨੇ, ਕੁਝ ਅਨਪੜ੍ਹ ਗ੍ਰੰਥੀ ਨੇ, ਮੈਨੂੰ ਮਾਫ ਕਰਿਓ, ਮੈਂ ਵੀ ਇਸੇ ਦਾਇਰੇ 'ਚ ਵਿਚਰਨ ਵਾਲਾ ਬੰਦਾ। ਲੇਕਿਨ ਉਹਨਾਂ ਨੇ ਜਿਹੜੇ ਬੱਚੇ ਸਾਡੇ ਯੰਗ ਮੈਨ ਜਿਹੜੇ ਡਿਪਲੋਮੇ ਲੈ ਕੇ ਆ ਰਹੇ ਨੇ, ਗ੍ਰੰਥੀਆਂ ਦੇ ਡਿਪਲੋਮੇ ਲੈ ਕੇ ਆ ਰਹੇ ਨੇ, ਰਾਗੀਆਂ ਦੇ ਡਿਪਲੋਮੇ ਲੈ ਕੇ ਆ ਰਹੇ ਨੇ, ਪ੍ਰਚਾਰਕਾਂ ਦੇ, ਉਹਨਾਂ ਨੂੰ ਥੱਲੇ ਸਿੱਟ ਦਿੱਤਾ। ਲੋਕਾਂ ਨੇ ਸਮਝਿਆ ਜੀ ਇਹ ਵਾਧੂ ਜਿਹਾ ਵਿਸ਼ਾ ਹੈ, ਇਹਦੇ ਵਿੱਚ ਭਰਤੀ ਹੋ ਕੇ ਕੀ ਕਰਨਾ ਹੈ। ਇਸ ਲਾਈਨ ਦੇ ਵਿੱਚ ਅੱਜ ਕੱਲ੍ਹ ਕੋਈ ਜਾਂਦਾ ਨਹੀਂ। ਉਹਦਾ ਕਾਰਨ ਹੈ ਅਨਐਜੂਕੇਟਡ ਗ੍ਰੰਥੀ, ਅਨਐਜੂਕੇਟਡ ਰਾਗੀ, ਅਨਐਜੂਕੇਟਡ ਪਾਠੀ ਜਿਨ੍ਹਾਂ ਨੇ ਸਾਡੀ ਕੌਮ ਦਾ ਘਾਣ ਕੀਤਾ। ਉਹਦੇ ਕਰਕੇ ਪੜ੍ਹੇ ਲਿਖੇ ਹੋਏ ਪ੍ਰਚਾਰਕ, ਰਾਗੀ, ਗ੍ਰੰਥੀ, ਇਹਨਾਂ ਦੀ ਵੀ ਕਦਰ ਨਹੀਂ ਪੈ ਰਹੀ। ਮੈਂ ਬਹੁਤੀਆਂ ਗੱਲਾਂ ਨਾ ਕਰਾਂ, ਤੁਸੀਂ ਸਾਰੇ ਮੇਰੇ ਤੋਂ ਬਹੁਤ ਸਿਆਣੇ ਹੋ, ਤੁਸੀਂ ਸੁਚੇਤ ਹੋ, ਪਰ ਸਮਾਂ ਕਦੇ ਕਦੇ ਚਿੱਤ ਕਰਦਾ ਹੈ ਕਿ ਕੌਮ ਦਾ ਪਹਿਰੇਦਾਰ ਹੋਣ ਦੇ ਨਾਤੇ ਥੋੜਾ ਟਚਿੰਗ ਕਰ ਅਚੇਤ ਹੁੰਦੀ ਜਾਵੇ, ਹੈ ਨਾ। ਅਚੇਤ ਹੈ ਨਾ, ਜਿੰਨਾ ਚਿਰ ਅਚੇਤ ਰਵਾਂਗੇ ਉਹਨਾਂ ਚਿਰ ਲੋਕ ਸਾਨੂੰ ਦਬਾਉਂਦੇ ਰਹਿਣਗੇ। ਜਿੱਦਣ ਸੁਚੇਤ ਹੋ ਜਾਵਾਂਗੇ ਸਾਨੂੰ ਕਿਸੇ ਨੇ ਨਹੀਂ ਦਬਾਉਣਾ। ਮੈਂ ਲਾਸਟ ਵਿੱਚ ਇੱਕ ਬੇਨਤੀ ਕਰਾਂ, ਮੇਰੀ ਆਵਾਜ਼ ਨੂੰ ਇੰਨੀ ਕੁ ਦੂਰ ਤੱਕ ਪਹੁੰਚਾ ਦਿਓ ਤਾਂ ਜੋ ਗੁਰੂ ਘਰਾਂ ਦੇ ਪ੍ਰਬੰਧਕ, ਜਿਸ ਗੁਰਦੁਆਰੇ ਦੇ ਅੰਦਰ ਤੁਸੀਂ ਪੜ੍ਹਿਆ ਲਿਖਿਆ ਗ੍ਰੰਥੀ ਨਹੀਂ ਨਾ ਰੱਖ ਸਕਦੇ, ਮੈਂ ਕਹਿੰਦਾ ਉਸ ਗੁਰਦੁਆਰੇ ਦਾ ਗ੍ਰੰਥ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾ ਦਿਓ ਤੇ ਗੁਰਦੁਆਰੇ ਨੂੰ ਲਾ ਦਿਓ ਤਾਲਾ। ਗੁਰਦੁਆਰੇ ਹੋਣਗੇ ਥੋੜ੍ਹੇ, ਗ੍ਰੰਥੀ ਹੋਣਗੇ ਪੜ੍ਹੇ ਲਿਖੇ, ਫਿਰ ਦੇਖਿਓ ਮੇਰੀ ਕੌਮ ਦੇ ਅੰਦਰ ਕਿੰਨਾ ਨਿਖਾਰ ਆਉਂਦਾ ਹੈ ਨਾ ਜੀ। ਮੈਂ ਇੱਕ ਬੇਨਤੀ ਕਰਾਂ, ਜਦੋਂ ਗ੍ਰੰਥੀ ਭਰਤੀ ਕਰਨ ਲੱਗਦੇ ਹੋ ਨਾ, ਇਹ ਨਾ ਪੁੱਛਿਆ ਕਰੋ ਕਿ ਭਾਈ ਜੀ ਕੀਰਤਨ ਆਉਂਦਾ ਹੈ, ਇਹ ਪੁੱਛਿਆ ਕਰੋ ਭਾਈ ਜੀ ਤੁਹਾਨੂੰ ਕਥਾ ਕਰਨੀ ਆਉਂਦੀ ਹੈ। ਕੀਰਤਨ ਕਰਨ ਵਾਸਤੇ ਰਾਗੀ ਹੁੰਦਾ। ਮੈਂ ਵਾਰ-ਵਾਰ ਇੱਕ ਬੇਨਤੀ ਕਰ ਰਿਹਾ, ਤੇ ਜੇ ਗ੍ਰੰਥੀ ਭਰਤੀ ਕਰਨੀ ਹੈ ਉਹਦੀ ਇੰਟਰਵਿਊ ਲਓ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਕਿੰਨੇ ਗੁਰੂ ਨੇ, ਕਿੰਨੇ ਗੁਰੂਆਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ, ਗ੍ਰੰਥ ਦੇ ਅੰਦਰ ਕਿਹੜੇ ਗੁਰੂ ਦੇ ਕਿੰਨੇ ਸ਼ਬਦ ਨੇ। ਜਿਸ ਦਿਨ ਇਹ ਗੱਲਾਂ ਤੁਸੀਂ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ ਨਾ, ਉਸ ਦਿਨ ਮੇਰੀ ਕੌਮ ਦੇ ਅੰਦਰ ਪੜ੍ਹੇ ਲਿਖੇ ਗ੍ਰੰਥੀ, ਰਾਗੀ, ਪ੍ਰਚਾਰਕ ਭਰਤੀ ਹੋਣੇ ਸ਼ੁਰੂ ਹੋ ਜਾਣਗੇ, ਹੈ ਨਾ ਜੀ। ਹੁਣ ਜਿਨ੍ਹਾਂ ਨੇ ਕੋਰਸ ਕਰਕੇ ਜਿਹੜੇ ਇਸ ਲਾਈਨ ਦੇ ਵਿੱਚ ਆਏ ਨੇ, ਜਿਹੜੇ 2-2 3-3 ਸਾਲ ਦੇ ਡਿਪਲੋਮੇ ਕਰਕੇ ਇਸ ਲਾਈਨ ਦੇ ਵਿੱਚ ਆਏ ਨੇ, ਉਹਨਾਂ ਲੋਕਾਂ ਨੂੰ ਵੀ ਪੜ੍ਹਿਆ ਅਨਪੜ੍ਹ ਲੋਕਾਂ ਦੀ ਤਰ੍ਹਾਂ ਸਮਝਿਆ ਜਾਂਦਾ ਹੈ। ਜੇ ਮੈਂ ਲਾਸਟ ਇੱਕ ਬੇਨਤੀ ਕਰਾਂ, ਭਾਵੇਂ ਪ੍ਰਾਈਵੇਟ ਤੌਰ 'ਤੇ ਭਾਵੇਂ ਪੜ੍ਹੇ ਲਿਖੇ ਤੌਰ 'ਤੇ, ਜਿਸ ਦਿਨ ਰਾਗੀ, ਗ੍ਰੰਥੀ, ਪ੍ਰਚਾਰਕਾਂ ਦੀ ਕਦਰ ਪੈਣੀ ਸ਼ੁਰੂ ਹੋ ਗਈ ਨਾ, ਸੱਚ ਜਾਣੀਓ ਉਸ ਦਿਨ ਚੜ੍ਹਦੀ ਕਲਾ 'ਚ ਡਿਊਟੀਆਂ ਕਰਨੀਆਂ ਸ਼ੁਰੂ ਹੋ ਜਾਣਗੇ। ਤੇ ਮੈਂ ਆਖਰ 'ਚ ਇੱਕ ਬੇਨਤੀ ਕਰਾਂ, ਘਰਾਂ ਦੇ ਵਿੱਚ ਕਦੇ ਗ੍ਰੰਥੀ ਨੂੰ, ਪ੍ਰਚਾਰਕ ਨੂੰ, ਰਾਗੀ ਨੂੰ, ਕਿਸੇ ਨੂੰ ਵੀ ਲੰਗਰ 'ਤੇ ਬੁਲਾਇਆ ਜਾਵੇ ਨਾ, ਪ੍ਰਸ਼ਾਦੇ 'ਤੇ ਬੁਲਾਇਆ ਜਾਵੇ, ਖਾਸ ਕਰਕੇ ਜੰਮੂ ਦੇ ਵਿੱਚ ਨਾ, ਪ੍ਰਸ਼ਾਦਾ ਛਕਾਉਣ ਤੋਂ ਪਹਿਲਾਂ ਭਾਈ ਜੀ ਦੀ ਅਰਦਾਸ ਕਰਵਾਈ ਜਾਂਦੀ ਹੈ। ਭਾਈ ਜੀ ਅਰਦਾਸ ਕਰ ਦਿਓ, ਠੀਕ ਹੈ। ਅਰਦਾਸ ਕੀਤੇ ਤੋਂ ਪਹਿਲਾਂ ਪ੍ਰਸ਼ਾਦਾ ਮੂੰਹ ਨੂੰ ਨਹੀਂ ਲਾਉਂਦੇ। ਉਹਦਾ ਕਾਰਨ ਹੈ, ਸਭ ਤੋਂ ਪਹਿਲਾਂ ਰੱਬ ਦਾ ਬੰਦਾ ਅਰਦਾਸ ਕਰੇਗਾ, ਅਸੀਂ ਫੇਰ ਪ੍ਰਸ਼ਾਦਾ ਛਕਣਾ ਹੈ। ਸਭ ਤੋਂ ਪਹਿਲਾਂ ਰੱਬ ਦਾ ਬੰਦਾ ਆ ਕੇ ਅਰਦਾਸ ਕਰੇ, ਭੋਗ ਲਾਵੇ, ਅਸੀਂ ਫੇਰ ਰੋਟੀ ਖਾਣੀ ਹੈ। ਭਾਈ ਦੀ ਅਰਦਾਸ ਕੀਤੇ ਤੋਂ ਬਿਨਾਂ ਇਹਨਾਂ ਦੇ ਸੰਗੇ 'ਚ ਰੋਟੀ ਨਹੀਂ ਟਲਦੀ। ਪਰ ਜੇ ਕਿਤੇ ਉਸੇ ਭਾਈ, ਉਸੇ ਗ੍ਰੰਥੀ, ਉਸੇ ਰਾਗੀ ਦਾ ਰਿਸ਼ਤਾ ਇਹਨਾਂ ਦੇ ਘਰ 'ਚ ਚੱਲਿਆ ਜਾਵੇ, ਕਹਿਣ ਲੱਗੇ ਭਾਈ ਨੂੰ ਕੁੜੀ ਦੇਣੀ ਹੈ, ਗ੍ਰੰਥੀ ਨੂੰ ਕੁੜੀ ਦੇਣੀ ਹੈ, ਪ੍ਰਚਾਰਕ ਨੂੰ ਕੁੜੀ ਦੇਣੀ ਹੈ, ਰਾਗੀ ਨੂੰ ਕੁੜੀ ਦੇਣੀ ਹੈ। ਹੱਦ ਹੋ ਗਈ ਯਾਰ। ਜਿਹਦੀ ਅਰਦਾਸ ਕੀਤੇ ਤੋਂ ਬਿਨਾਂ ਤੁਸੀਂ ਪ੍ਰਸ਼ਾਦਾ ਨਹੀਂ ਛਕਦੇ, ਉਹਨੂੰ ਕੁੜੀ ਦੇਣ ਤੋਂ ਗੁਰੇਜ਼ ਕਿਉਂ? ਮੈਨੂੰ ਮਾਫ ਕਰਿਓ ਜੀ, ਇਹ ਸ਼ਬਦ ਥੋੜਾ ਕੜਵਾ ਹੈ। ਇੱਥੇ ਇੱਕ ਗੱਲ ਟੁੱਕਦੀ ਹੈ ਕਿ ਅੱਜ ਦੇ ਸਮੇਂ 'ਚ ਇਹਨਾਂ ਲੋਕਾਂ ਨੂੰ ਰਿਸ਼ਤੇ ਲੈਣੇ ਵੀ ਔਖੇ ਹੋ ਚੁੱਕੇ ਹੋਏ ਨੇ। ਅੱਜ ਇਹਨਾਂ ਦੀ ਤਰਸਯੋਗ ਹਾਲਤ ਕਿਉਂ ਹੈ? ਤਰਸਯੋਗ ਹਾਲਤ ਇਹ ਹੈ, ਇੱਕ ਸਾਡਾ ਪ੍ਰਬੰਧਕੀ ਢਾਂਚਾ,
ਇੱਕ ਸਾਡੇ ਅਨਐਜੂਕੇਟਡ ਗ੍ਰੰਥੀ ਦੇਖੋ, ਜਦੋਂ ਕਿਤੇ ਗ੍ਰੰਥੀ ਨੇ ਭਰਤੀ ਹੋਣਾ ਹੋਵੇ ਨਾ, ਖਾਸ ਕਰਕੇ ਜਿਹੜੇ ਯੰਗ ਮੈਨ ਨੇ, ਉਹ ਪਤਾ ਕਿ ਜਦੋਂ ਫੋਨ ਕਰੀਏ ਨਾ, ਹਾਂਜੀ ਭਾਈ ਸਾਹਿਬ ਜੀ ਮੈਂ ਗ੍ਰੰਥੀ ਵਾਸਤੇ ਕੋਈ ਡਿਊਟੀ ਲੱਭ ਰਹੀ ਹੈ, ਅੱਛਾ ਜੀ ਠੀਕ ਹੈ, ਦੂਜੇ ਦਿਨ ਉਹਨੂੰ ਕਾਲ ਕਰੋਗੇ ਨਾ ਤੇ ਉਹਦੀ ਰਿੰਗ ਟਿਊਨ ਦੇ ਉੱਤੇ ਗਾਣਾ ਲੱਗਾ ਹੋਵੇਗਾ ਆਸ਼ਕਾਂ ਵਾਲਾ। ਮੈਂ ਸੱਚੀ ਗੱਲ ਕਰਾਂ ਯਾਰ, ਭਰਤੀ ਤੁਸੀਂ ਗ੍ਰੰਥੀ ਹੋ ਨਾ, ਗੁਰੂ ਦੇ ਗ੍ਰੰਥੀ ਭਰਤੀ ਹੋ ਰਹੇ ਹੋ, ਤੁਹਾਡੀਆਂ ਰਿੰਗ ਟਿਊਨਾਂ ਹੁਣ ਆਸ਼ਕਾਂ ਵਾਲੀਆਂ। ਤੇ ਜਦੋਂ ਪੁੱਛੀਏ ਭਾਈ ਸਾਹਿਬ ਜੀ ਇਹ ਗਾਣਾ ਤੁਸੀਂ ਆਪ ਲਾਇਆ ਜਾਂ, ਉਹ ਨਹੀਂ ਜੀ ਕੁਦਰਤੀ ਲੱਗ ਗਿਆ ਹੋਵੇਗਾ, ਕੁਝ ਬਹਾਨਾ ਲਾ ਦਿੰਦੇ ਨੇ, ਮੇਰੇ ਬੱਚੇ ਨੇ ਲਾ ਦਿੱਤਾ ਹੋਵੇਗਾ। ਕੰਮ ਗਲਤੀ ਆਪ ਤੇ ਬਦਨਾਮ ਆਪਣੇ ਪਰਿਵਾਰ ਨੂੰ ਕਰਨਾ। ਸਭ ਤੋਂ ਪਹਿਲਾਂ ਗ੍ਰੰਥੀ ਭਰਤੀ ਕਰਨ ਤੋਂ ਪਹਿਲਾਂ ਦੇਖੋ ਕਿ ਇਸ ਗ੍ਰੰਥੀ ਦੇ ਅੰਦਰ ਸਟੱਡੀ ਹੈਗੀ ਹੈ ਜਿਹੜੀ ਸਾਡੇ ਬੱਚਿਆਂ ਨੂੰ ਸੁਚੇਤ ਕਰ ਸਕੇ, ਸਾਡੇ ਬੱਚਿਆਂ ਨੂੰ ਉੱਚੇ ਅਹੁਦੇ ਤੇ ਲੈ ਕੇ ਜਾ ਸਕੇ। ਗ੍ਰੰਥੀ ਪੜ੍ਹੇ ਲਿਖੇ ਚਾਹੀਦੇ ਨੇ ਨਾ ਜੀ। ਅਨਪੜ੍ਹ ਗ੍ਰੰਥੀ ਹੋਵੇਗਾ ਤੇ ਕੌਮ ਦਾ ਕੁਝ ਨਹੀਂ ਜੇ ਸਮਝ ਸਕਦਾ। ਜੇ ਕੌਮ ਦਾ ਪਹਿਰੇਦਾਰ ਅਨਪੜ੍ਹ ਹੋਵੇਗਾ ਨਾ ਤੇ ਕੌਮ ਕਿੱਥੋਂ ਪੜ੍ਹੀ ਲਿਖੀ ਹੋਵੇਗੀ। ਅੱਜ ਦੇਖ ਲਓ ਸਾਡੇ ਸਮਾਜ ਦਾ ਲੀਡਰ ਅਨਪੜ੍ਹ ਹੈ। ਮੈਂ ਨਾ ਲਵਾਂ, ਪਹਿਲੇ ਦਿਨਾਂ 'ਚ ਮੈਂ ਬੇਨਤੀ ਕੀਤੀ ਹੈ, ਮੈਂ ਕੰਟਰੋਵਰਸੀ 'ਚ ਰਿਹਾ, ਮੈਨੂੰ ਧਮਕੀਆਂ ਵੀ ਆਈਆਂ, ਮੈਂ ਸਿੰਮਾਂ ਵੀ ਬੰਦ ਕਰ ਦਿੱਤੀਆਂ। ਮੈਂ ਕਿਹਾ ਸਿਰਫ ਰੱਬ ਦੀ ਵਿਚਾਰ ਕਰਨੀ ਆ, ਇਸ ਤੋਂ ਬਿਨਾਂ ਮੈਂ ਕੋਈ ਕੰਟਰੋਵਰਸੀ ਦੀ ਗੱਲ ਨਹੀਂ ਕਰਨੀ। ਪਰ ਗੱਲ ਕੀਤੇ ਤੋਂ ਬਿਨਾਂ ਰਿਹਾ ਨਹੀਂ ਜੇ ਜਾਂਦਾ। ਸਾਡੀ ਕੌਮ ਦਾ ਲੀਡਰ ਅਨਪੜ੍ਹ ਹੈ ਨਾ, ਦੇਖ ਲਓ ਕੌਮ ਕਿਹੜੀ ਤਰੱਕੀ ਕਰ ਰਹੀ ਹੈ। ਇਸ ਕਰਕੇ ਜੇ ਸਿੱਖ ਧਰਮ ਦੇ ਲੀਡਰ ਪੜ੍ਹੇ ਲਿਖੇ ਤੇ ਐਜੂਕੇਟਡ ਹੋ ਗਏ ਨਾ, ਉਧਰ ਗ੍ਰੰਥੀਆਂ ਦੀ, ਰਾਗੀਆਂ ਦੀ, ਪ੍ਰਚਾਰਕਾਂ ਦੀ। ਔਰ ਆਖਰ 'ਚ ਇੱਕ ਬੇਨਤੀ ਕਰਾਂ, ਰਾਗੀ ਪ੍ਰਚਾਰਕ ਗ੍ਰੰਥੀ ਜਿਹੜੀ ਆਪਣੀ ਮਿਹਨਤ ਦਾ ਪੈਸਾ ਲੈਂਦੇ ਆ ਨਾ, ਕੁਝ ਲੋਕਾਂ ਦੀ ਪੈਸੇ ਤੇ ਬੜੀ ਅੱਖ ਹੁੰਦੀ ਹੈ ਕਿ ਭਾਈ ਜੀ ਤੁਸੀਂ ਪੈਸੇ ਲੈ ਕੇ ਕੰਮ ਕਰਦੇ ਹੋ, ਭਾਈ ਜੀ ਤੁਸੀਂ ਪੈਸੇ ਲੈ ਕੇ ਕੀਰਤਨ ਕਰਦੇ ਹੋ, ਭਾਈ ਜੀ ਤੁਸੀਂ ਪੈਸੇ ਲੈ ਕੇ ਕਥਾ ਕਰਦੇ ਹੋ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਹਰ ਇਨਸਾਨ ਦਾ ਆਪਣਾ ਆਪਣਾ ਕਿੱਤਾ ਹੈ। ਬੰਦਾ ਕੋਈ ਵੀ ਕੰਮ ਕਰੇ, ਭਾਵੇਂ ਉਹ ਕਥਾ ਕਰੇ, ਕੀਰਤਨ ਕਰੇ, ਕਿਸੇ ਪ੍ਰਾਈਵੇਟ ਡਿਪਾਰਟਮੈਂਟ 'ਚ ਡਿਊਟੀ ਕਰੇ, ਭਾਵੇਂ ਉਹ ਗਵਰਨਮੈਂਟ ਇੰਪਲੋਈ ਹੈ, ਬਸ ਗੁਰੂ ਨੇ ਇੱਕ ਗੱਲ ਸਿਖਾਈ ਹੈ, ਸਿੱਖਾ ਕੰਮ ਕੋਈ ਵੀ ਕਰ, ਆਪਣੀ ਕਮਾਈ 'ਚੋਂ ਦਸਵੰਧ ਕੱਢਣਾ ਸਿੱਖ ਲੈ। ਗੁਰੂ ਨੇ ਤੇ ਇਹ ਆਖਿਆ ਨਾ, ਹਰੇਕ ਰਾਗੀ, ਹਰੇਕ ਪ੍ਰਚਾਰਕ, ਹਰੇਕ ਗ੍ਰੰਥੀ ਦੀ ਰਿਸਪੌਂਸਿਬਿਲਿਟੀ ਹੈ ਆਪਣੀ ਸੈਲਰੀ ਦੇ ਵਿੱਚੋਂ ਦਸਵੰਧ ਕੱਢਣਾ ਸਿੱਖੋ। ਔਰ ਮੈਂ ਇੱਕ ਬੇਨਤੀ ਕਰਾਂ, ਇਹ ਮੇਨਾ ਨਾ ਮਾਰਿਆ ਕਰੋ ਭਾਈ ਜੀ ਤੁਸੀਂ ਪੈਸੇ ਲੈ ਕੇ ਕੰਮ ਕਰਦੇ ਹੋ, ਉਹਨਾਂ ਦਾ ਕਿੱਤਾ ਹੈ, ਉਹਨਾਂ ਦਾ ਕੰਮ ਹੈ। ਹੁਣ ਜਿਹੜੇ ਡਿਪਲੋਮੇ ਕਰਕੇ ਪ੍ਰਚਾਰਕ, ਰਾਗੀ, ਗ੍ਰੰਥੀ, ਹੁਣ ਉਹਨਾਂ ਦੀ ਉਹ ਲਾਈਨ, ਆਪਣੀ ਲਾਈਨ 'ਚੋਂ ਆਪਣਾ ਪਰਿਵਾਰ ਤੇ ਪਾਲਣਾ ਪਵੇਗਾ ਨਾ। ਸੰਨਿਆਸੀ ਤੇ ਅਸੀਂ ਹੈਗੇ ਨਹੀਂ। ਦੁਨੀਆ ਦਾ ਕੋਈ ਵੀ ਗ੍ਰੰਥੀ, ਕੋਈ ਵੀ ਪ੍ਰਚਾਰਕ, ਰਾਗੀ, ਗੁਰੂ ਨੇ ਸੰਨਿਆਸੀ ਬਣਨ ਵਾਸਤੇ ਨਹੀਂ ਆਖਿਆ, ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਜਿਉਣਾ ਸਿਖਾਇਆ ਨਾ। ਜੇ ਗ੍ਰਸਤੀ ਹੋਵੇਗਾ, ਘਰ ਪਾਲਣਾ, ਬੱਚੇ ਪਾਲਣੇ, ਘਰਵਾਲੀ ਨੂੰ ਪਾਲਣਾ ਹੈ ਨਾ ਜੀ, ਤੇ ਫਿਰ ਉਹਨਾਂ ਨੂੰ ਵੀ ਤੇ ਪੈਸਾ ਲੈਣਾ ਪਵੇਗਾ ਨਾ। ਔਰ ਮੈਂ ਆਖਰ 'ਚ ਇੱਕ ਬੇਨਤੀ ਕਰਾਂ, ਕੋਸ਼ਿਸ਼ ਕਰਿਆ ਕਰੋ ਇਹਨਾਂ ਲੋਕਾਂ ਨੂੰ ਜਿੰਨਾ ਪਿਆਰ ਕੀਤਾ ਜਾਵੇ ਨਾ ਓਨਾ ਕਰਿਆ ਕਰੋ। ਔਰ ਕਮ ਸੇ ਕਮ ਅੱਜ ਦੇ ਸਮੇਂ 'ਚ ਹਰੇਕ ਗੁਰਦੁਆਰੇ ਦੇ ਅੰਦਰ ਗ੍ਰੰਥੀ ਦੀ ਸੈਲਰੀ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ 10,000 ਤੋਂ ਅਬਾਵ ਹੋਣੀ ਚਾਹੀਦੀ ਹੈ, ਉੱਪਰ ਹੋਣੀ ਚਾਹੀਦੀ ਹੈ। ਤੇ ਉਸ ਤੋਂ ਇਲਾਵਾ ਆਪਣੀ ਮਿਹਨਤ ਦੇ ਜ਼ਰੀਏ ਦੇ ਨਾਲ ਉਹ ਜਿੰਨਾ ਕਮਾਵੇ, ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਚਲਾ ਸਕੇ, ਗੁਰੂ ਘਰ ਦੇ ਅੰਦਰ ਵਧੀਆ ਡਿਊਟੀ ਕਰ ਸਕੇ, ਗੁਰੂ ਘਰ ਦੇ ਅੰਦਰ ਵਧੀਆ ਤਰੀਕੇ ਨਾਲ ਚੱਲ ਸਕੇ। ਜੇ ਅਸੀਂ ਦੇਣਾ ਉਹਨੂੰ 2,000 ਉੱਪਰੋਂ ਮਾਰਨ ਦਬਕੇ, ਉਸ ਸੁਸਾਈਡ ਨਾ ਕਰੇ ਤਾਂ ਹੋਰ ਕੀ ਕਰੇ। ਮੈਂ ਆਖਰ 'ਚ ਇੱਕ ਬੇਨਤੀ ਕਰਾਂ, ਇਹਨਾਂ ਲੋਕਾਂ ਨੂੰ ਉੱਪਰ ਚੁੱਕੀਏ, ਔਰ ਚੁੱਕੀਏ ਕਿੰਨਾਂ ਨੂੰ? ਅਨਪੜ੍ਹ ਗ੍ਰੰਥੀਆਂ ਨੂੰ ਨਹੀਂ ਚੁੱਕਣਾ। ਦੇਖੋ ਜੀ, ਕੁਝ ਬਜ਼ੁਰਗ ਇਨਸਾਨ ਨੇ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੁੰਦਾ ਤੇ ਉਹ ਗ੍ਰੰਥੀ ਬਣ ਜਾਂਦੇ ਨੇ। ਇਹ ਮੇਰੀ ਗੱਲ ਥੋੜੀ ਕੜਵੀ ਹੈ ਕਿ ਮੈਂ ਥੋੜੀ ਕਿਸੇ ਦੇ ਅਗੇਂਸਟ ਚੱਲ ਰਹੀ ਹਾਂ। ਜਿਹੜੇ ਅਨਪੜ੍ਹ ਨੇ ਪਤਾ ਕੀ ਕਹਿੰਦੇ ਨੇ, ਚਲੋ ਜੀ ਬਜ਼ੁਰਗ ਭਾਈ ਜੀ ਨੇ ਨਿਤਨੇਮ ਨਹੀਂ ਕਰਨਾ। ਮੈਂ ਕਹਿੰਦਾ ਕਿਸੇ ਗੁਰਦੁਆਰੇ ਦੇ ਅੰਦਰ ਅਨਪੜ੍ਹ ਗ੍ਰੰਥੀ ਨਾ ਹੋਵੇ, ਕਿਸੇ ਗੁਰਦੁਆਰੇ ਦੇ ਅੰਦਰ, ਭਾਵੇਂ ਉਹ ਪਿੰਡ ਦਾ ਹੋਵੇ, ਭਾਵੇਂ ਉਹ ਸ਼ਹਿਰ ਦਾ ਹੋਵੇ, ਜਿੱਥੇ ਗ੍ਰੰਥੀ ਸੁਚੇਤ ਤੁਸੀਂ ਨਾ ਰੱਖਿਆ, ਯਾਦ ਰੱਖਿਓ ਕੌਮ ਡੁੱਬ ਚੁੱਕੀ ਹੋਈ ਹੈ। ਨਾ ਗੁਰਦੁਆਰੇ ਵੜ ਕੇ ਕੋਈ ਰਾਜੀ ਹੈ। ਇਹਦਾ ਕਾਰਨ ਹੈ ਗੁਰਦੁਆਰੇ ਦੇ ਵਿੱਚੋਂ ਜੋ ਸਾਨੂੰ ਮਿਲਣਾ ਸੀ ਨਾ, ਅੱਜ ਉਹ ਨਹੀਂ ਮਿਲਦਾ ਪਿਆ। ਗੁਰਦੁਆਰਾ ਸਿੱਖਿਆ ਦਾ ਸਥਾਨ ਸੀ, ਗੁਰਦੁਆਰਾ ਸਕੂਲ ਸੀ, ਯੂਨੀਵਰਸਿਟੀ ਸੀ, ਕਾਲਜ ਸੀ। ਇੱਥੋਂ ਲੋਕ ਕੁਝ ਸਿੱਖਣ ਵਾਸਤੇ ਆਉਂਦੇ ਸੀ। ਅੱਜ ਸਿੱਖਿਆ ਨਹੀਂ ਜਾਂਦਾ, ਗੁਰਦੁਆਰਿਆਂ ਦੇ ਵਿੱਚ ਟੱਲ ਖੜਕਣੇ ਸ਼ੁਰੂ ਹੋ ਗਏ। ਗੁਰਦੁਆਰਿਆਂ 'ਚ ਲੋਕ ਮੱਥੇ ਟੇਕ ਕੇ ਚਲੇ ਜਾਂਦੇ ਨੇ, ਸਿਰਫ ਮੱਥਾ ਮਾਰ ਕੇ ਚਲੇ ਜਾਂਦੇ ਨੇ। ਕਦੇ ਨਹੀਂ ਕਹਿੰਦੇ ਰੱਬਾ ਮੈਨੂੰ ਆਪਣੀ ਮੱਤ ਦੇ। ਤੇ ਮੱਤ ਲੈਣ ਦੇ ਵਾਸਤੇ ਗੁਰੂ ਘਰਾਂ ਦੇ ਅੰਦਰ ਪੜ੍ਹਿਆ ਲਿਖਿਆ ਗ੍ਰੰਥੀ ਰੱਖਣਾ ਪਵੇਗਾ ਜਿਹੜਾ ਲੋਕਾਂ ਨੂੰ ਮੱਤ ਦੇ ਸਕੇ। ਸੋ ਵਾਹਿਗੁਰੂ ਕਿਰਪਾ ਕਰੇ, ਅਸੀਂ ਸਾਰੇ ਆਪਣੇ ਆਪ ਨੂੰ ਸੁਚੇਤ ਕਰ ਸਕੀਏ ਤੇ ਕੌਮ ਦੇ ਲੀਡਰਾਂ ਨੂੰ ਸਾਂਭ ਸਕੀਏ। ਤੇ ਕੌਮ ਦੇ ਲੀਡਰ ਨੇ, ਸੇਵਾਦਾਰ ਨੇ, ਗ੍ਰੰਥੀ, ਪ੍ਰਚਾਰਕ, ਰਾਗੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ